ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰਮਤਿ ਦੀ ਕਲਾਸ ਵਿੱਚ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀਓ, ਵਡਭਾਗੇ ਹਾਂ। ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ ਗੁਰਬਾਣੀ ਦੀ ਕਲਾਸ ਵਿੱਚ, ਗੁਰਬਾਣੀ ਸੰਥਿਆ ਦੀ ਕਲਾਸ ਵਿੱਚ ਜੁੜ ਬੈਠੇ ਹਾਂ। ਅੱਜ ਜੋ ਅਸੀਂ ਗੁਰੂ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮਾਝ ਰਾਗ ਦੇ ਅੰਦਰ ਵਾਰ ਚੱਲ ਰਹੀ ਹੈ, ਉਹਦੀ 8ਵੀਂ ਪੌੜੀ ਤੋਂ ਆਰੰਭ ਕਰਨਾ ਹੈ। 7 ਪੌੜੀਆਂ ਸੰਪੂਰਨ ਹੋ ਗਈਆਂ ਸਨ, ਸੋ 8ਵੀਂ ਪੌੜੀ ਤੋਂ ਅਸੀਂ ਆਰੰਭ ਕਰਨ ਲੱਗੇ ਹਾਂ। 8ਵੀਂ ਪੌੜੀ ਦੇ ਨਾਲ ਜੋ ਸਲੋਕ ਹਨ, ਸਭ ਤੋਂ ਪਹਿਲਾ ਜਿਹੜਾ ਸਲੋਕ ਹੈ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ। ਗੁਰੂ ਸਾਹਿਬ ਜੀ ਜੋ ਬਖਸ਼ਿਸ਼ ਕਰਦੇ ਹਨ, ਆਓ ਗੁਰਫਤਿਹ ਨਾਲ ਸਾਂਝ ਬਣਾ ਕੇ ਸਾਰੀ ਸੰਗਤ ਇੱਕ ਵਾਰ ਅਦਬ ਸਤਿਕਾਰ ਨਾਲ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ। ਮੁਸਲਮਾਨ, ਸ਼ਲੋਕ ਮਹੱਲਾ ਪਹਿਲਾ। ਮੁਸਲਮਾਨ ਕਹਾਵਣ ਮੁਸ਼ਕਲ, ਜਾਂ ਹੋਏ ਤਾਂ ਮੁਸਲਮਾਨ ਕਹਾਵੇ। ਪਹਿਲੀ ਗੱਲ ਤੇ ਮੁਸਲਮਾਨ ਅਖਵਾਉਣਾ ਬਹੁਤ ਔਖਾ ਹੈ। ਗੁਰੂ ਸਾਹਿਬ ਕਹਿੰਦੇ ਨੇ ਮੁਸਲਮਾਨ ਕਹਾਉਣ ਵਾਸਤੇ ਜੋ ਕਾਇਦੇ ਕਾਨੂੰਨ ਹਨ ਉਹਨਾਂ ਨੂੰ ਫੋਲੋ ਕਰਨਾ ਪਵੇਗਾ। ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਭਾਈ ਸਭ ਤੋਂ ਪਹਿਲਾਂ ਤੇ ਇਹ ਗੱਲ ਹੈ ਕਿ ਮੁਸਲਮਾਨ ਕਹਾਉਣਾ ਬੜਾ ਔਖਾ ਹੈ। ਅਸਲ ਵਿੱਚ ਜਿਹੜਾ ਮਨੁੱਖ ਆਪਣੇ ਆਪ ਨੂੰ ਮੁਸਲਮਾਨ ਅਖਵਾਉਣਾ ਚਾਹੁੰਦਾ ਹੈ, ਉਹ ਪ੍ਰਮਾਤਮਾ ਵਰਗਾ ਹੋਣਾ ਚਾਹੀਦਾ ਹੈ। ਜਿਹੋ ਜਿਹਾ ਪ੍ਰਮਾਤਮਾ ਉਹੋ ਜਿਹਾ ਹੀ। ਅਵਲ ਅਉਲ ਦੀਨ ਕਰ ਮਿੱਠਾ, ਮਸਕਲ ਮਾਨਾ ਮਾਲ ਮੁਸਾਵੇ। ਫਿਰ ਧਿਆਨ ਨਾਲ ਸੁਣਨਾ ਜੀ। ਅਵਲ ਅਉਲ ਦੀਨ ਕਰ ਮਿੱਠਾ, ਮਸਕਲ ਮਾਨਾ ਮਾਲ ਮੁਸਾਵੇ। ਅਵਲ ਅਉਲ ਭਾਵ ਪਹਿਲਾਂ ਪਹਿਲ, ਸਭ ਤੋਂ ਪਹਿਲਾਂ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਮੁਸਲਮਾਨ ਕਹਾਉਣਾ ਨਾ, ਸੱਚਾ ਮੁਸਲਮਾਨ, ਪਹਿਲੀ ਗੱਲ ਤੇ ਬਣਨਾ ਬੜਾ ਔਖਾ। ਜੇ ਬਣਨਾ ਚਾਹੁੰਦਾ ਹੈ ਤੇ ਫਿਰ ਸਭ ਤੋਂ ਪਹਿਲਾਂ ਜਿਹੜਾ ਪਹਿਲਾਂ ਪਹਿਲ ਜਿਹੜਾ ਤੇਰਾ ਕਰਮ ਹੈ ਉਹ ਹੈ ਦੀਨ ਕਰ ਮਿੱਠਾ। ਦੀਨ ਦਾ ਭਾਵ ਅਰਥ ਹੈ ਧਰਮ। ਸਭ ਤੋਂ ਪਹਿਲਾਂ ਜਿਹੜਾ ਵਾ ਤੂੰ, ਜਿਹੜਾ ਤੇਰਾ ਮਜ਼ਹਬ ਹੈ ਨਾ, ਜਿਹੜਾ ਤੇਰਾ ਧਰਮ ਹੈ, ਉਹ ਤੈਨੂੰ ਪਿਆਰਾ ਲੱਗਣਾ ਚਾਹੀਦਾ। ਵਿਖਾਵੇ ਵਾਸਤੇ ਨਹੀਂ, ਉਹ ਤੈਨੂੰ ਪਿਆਰਾ ਲੱਗਣਾ ਚਾਹੀਦਾ। ਸਭ ਤੋਂ ਪਹਿਲਾਂ ਇਹ ਗੱਲ ਹੈ। ਮਸਕਲ ਮਾਨਾ ਮਾਲ ਮੁਸਾਵੇ। ਮਸਕਲ ਦਾ ਭਾਵ ਹੈ ਜਿਹੜਾ ਹਥਿਆਰ ਜੰਗਾਲ ਲਾਉਂਦਾ ਨਾ, ਉਹਨੂੰ ਮਸਕਲ ਕਹਿੰਦੇ ਆ। ਮਿਸਕਿਲਾ ਭਾਵ ਉਹ ਹਥਿਆਰ ਜਿਹਦੇ ਨਾਲ ਜੰਗਾਲ ਲਾਇਆ ਜਾਂਦਾ ਹੈ। ਗੁਰੂ ਸਾਹਿਬ ਕਹਿੰਦੇ ਨੇ ਕਿ ਭਾਈ ਜਿਵੇਂ ਮਿਸਕਲੇ ਨਾਲ ਉਹ ਹਥਿਆਰ ਜਿਹਦੇ ਨਾਲ ਜੰਗਾਲ ਲਾਈਦਾ ਨਾ, ਤਿਵੇਂ ਆਪਣੀ ਕਮਾਈ ਦਾ ਧਨ ਲੋੜਵੰਦਿਆਂ ਨਾਲ ਵੰਡ ਕੇ ਵਰਤ, ਜਿਹਦੇ ਨਾਲ ਤੇਰੇ ਅੰਦਰ ਦਾ ਜਿਹੜਾ ਅਹੰਕਾਰ ਹੈ ਦੂਰ ਹੋਵੇਗਾ। ਠਗਾਵੇ ਦਾ ਭਾਵ ਹੈ, ਜਿੱਦਾਂ ਕਹਿੰਦੇ ਨਾ ਇਹ ਠਗਾਇਆ ਗਿਆ, ਲੁੱਟ ਗਿਆ, ਕਹਿੰਦੇ ਲੁਟਾ ਦੇ। ਲੁਟਾਉਣ ਤੋਂ ਭਾਵ ਅਰਥ ਹੈ ਇੱਥੇ ਜਿਹੜਾ ਸ਼ਬਦ ਅਰਥ ਆਏਗਾ ਕਿ ਵੰਡ ਦੇ। ਭਾਵ ਇਹਨੂੰ ਵੰਡ ਦੇ। ਜਿਸ ਤਰ੍ਹਾਂ ਜੰਗਾਲ ਲਾਉਣ ਵਾਲਾ ਜੰਗਾਲ ਲੋਹੇ ਦੇ ਉੱਤੇ ਲੱਗਾ ਹੋਇਆ ਜੰਗਾਲ ਲਾ ਦਿੰਦਾ ਨਾ, ਇਸ ਤਰ੍ਹਾਂ ਇਸ ਜਿਹੜਾ ਧਨ ਹੈ ਤੇਰੇ ਮਨ ਉੱਤੇ ਵਿਕਾਰਾਂ ਦਾ ਜੰਗਾਲ ਲਾਈ ਬੈਠਾ, ਇਹਨੂੰ ਗਲੋਂ ਲਾ ਦੇ, ਇਹਦੇ ਨਾਲ ਮੋਹ ਨਾ ਪਾ। ਸਤਿਗੁਰੂ ਜੀ ਅੱਗੇ ਬਖਸ਼ਿਸ਼ ਕਰਦੇ ਨੇ, ਹੋਏ ਮੁਸਲਿਮ ਦੀਨ ਮੁਹਾਣਾ, ਮਰਨ ਜੀਵਨ ਕਾ ਭਰਮ ਚੁਕਾਵੇ। ਕਹਿੰਦੇ ਜੇ ਮਜ਼ਹਬ ਦੀ ਅਗਵਾਈ ਵਿੱਚ ਤੁਰ ਕੇ ਤੂੰ ਮੁਸਲਮਾਨ ਬਣੇ ਤੇ ਸਾਰੀ ਉਮਰ ਦੀ ਭਟਕਣਾ ਜਿਹੜੀ ਆ ਉਹ ਤੇਰੇ ਅੰਦਰੋਂ ਮੁੱਕ ਜਾਵੇਗੀ।
ਭਾਵ ਜਿਹੜਾ ਤੇਰਾ ਧਰਮ, ਜਿਹੜਾ ਤੇਰਾ ਮਜ਼ਹਬ ਹੈ ਨਾ, ਸਾਰੀ ਉਮਰ ਉਹ ਮਜ਼ਹਬ ਤੈਨੂੰ ਕਦੇ ਭੁੱਲੇ ਨਾ, ਭਾਵ ਧਰਮ ਭੁੱਲੇ ਨਾ। ਉਸ ਧਰਮ ਦੇ ਦੱਸੇ ਹੋਏ ਰਾਹ ਤੋਂ ਤੂੰ ਇੱਕ ਖਿੰਨ ਮਾਤਰ ਵੀ ਜਿਹੜਾ ਵਾ ਉਹ ਬਾਹਰ ਨਾ ਤੁਰੇ, ਲਾਂਭੇ ਨਾ ਜਾਏ। ਤੇ ਦੂਜੀ ਗੱਲ ਨਾਲ ਹੀ ਸਤਿਗੁਰੂ ਜੀ ਅੱਗੇ ਕਰਦੇ ਨੇ, ਰੱਬ ਕੀ ਰਜਾਏ ਮੰਨੇ ਸਿਰ ਉੱਪਰ, ਕਰਤਾ ਮੰਨੇ ਆਪ ਗਵਾਵੇ। ਕਹਿੰਦੇ ਰੱਬ ਦੇ ਕੀਤੇ ਨੂੰ ਸਿਰ ਮੱਥੇ ਤੇ ਮੰਨ ਲੈ। ਹੁਕਮ ਰਜਾਈ ਚੱਲਣਾ ਜਪਜੀ ਸਾਹਿਬ ਦੀ ਜਿਸ ਤਰ੍ਹਾਂ ਬਾਣੀ ਦੇ ਅੰਦਰ ਹੈ ਨਾ, ਕਿ ਜਿਹੜਾ ਰੱਬ ਦਾ ਬਖਸ਼ਿਸ਼ ਕੀਤਾ ਹੋਇਆ ਜੋ ਵੀ ਹੈ ਉਹਨੂੰ ਸਿਰ ਮੱਥੇ ਉੱਤੇ ਮੰਨਣਾ, ਕਿ ਜੋ ਵੀ ਹੋ ਰਿਹਾ, ਖੁਸ਼ੀ ਆਈ, ਗਮੀ ਆਈ, ਦੁੱਖ ਆਇਆ, ਸੁੱਖ ਆਇਆ, ਗੁਰੂ ਸਾਹਿਬ ਕਹਿੰਦੇ ਨੇ ਕਿ ਰੱਬ ਕੀ ਰਜਾਈ, ਰੱਬ ਦੀ ਰਜਾ ਵਿੱਚ ਤੁਰ, ਮੰਨੇ ਸਿਰ ਉੱਪਰ, ਭਾਵ ਸਿਰ ਮੱਥੇ ਮੰਨ ਲੈ। ਕਾਦਰ ਨੂੰ ਹੀ ਸਭ ਕੁਝ ਕਰਨ ਵਾਲਾ ਮੰਨ, ਉਹਨੂੰ ਹੀ ਕਰਤਾ ਮੰਨੈ ਆਪ ਗਵਾਵੇ। ਉਹ ਪ੍ਰਮਾਤਮਾ ਨੂੰ ਮੰਨ, ਕਰਤੇ ਨੂੰ ਮੰਨ, ਜਿਹੜਾ ਪੈਦਾ ਕਰਨ ਵਾਲਾ ਹੈ, ਤੇ ਆਪਣੇ ਅੰਦਰੋਂ ਹਉਮੈ ਆਪ ਗਵਾਵੇ। ਆਪਣੇ ਅੰਦਰੋਂ ਜਿਹੜੀ ਹਉਮੈ ਹੈ, ਆਪਾ ਭਾਵ ਹੈ, ਉਹਨੂੰ ਖਤਮ ਕਰ ਦੇ। ਤਉ ਨਾਨਕ ਸਰਬ ਜੀਆਂ ਮਹਿਰਮਤ, ਹੋਏ ਤਾਂ ਮੁਸਲਮਾਨ ਕਹਾਵੇ। ਇਸ ਤਰ੍ਹਾਂ ਹੈ ਭਾਈ, ਰੱਬ ਦੇ ਪੈਦਾ ਕੀਤੇ ਸਾਰੇ ਬੰਦਿਆਂ ਨਾਲ ਪਿਆਰ ਕਰੇ। ਤਉ ਨਾਨਕ ਸਰਬ ਜੀਆਂ ਮਹਿਰਮਤ, ਸਾਰੇ ਜੀਆਂ ਦੇ ਉੱਤੇ ਤਰਸ ਕਰ, ਜਿਹੜੇ ਰੱਬ ਨੇ ਪੈਦਾ ਕੀਤੇ ਹੋਏ ਨੇ। ਹੋਏ ਤਾਂ ਮੁਸਲਮਾਨ ਕਹਾਵੇ, ਜੇ ਤੇਰਾ ਇਸ ਤਰ੍ਹਾਂ ਦਾ ਹਿਰਦਾ ਹੈ, ਸਾਰਿਆਂ ਦੇ ਉੱਤੇ ਦਇਆ ਕਰਨ ਵਾਲਾ, ਸਾਰਿਆਂ ਦੇ ਉੱਤੇ ਰਹਿਮਤ ਕਰਨ ਵਾਲਾ, ਸਾਰਿਆਂ ਉੱਤੇ ਤਰਸ ਕਰਨ ਵਾਲਾ, ਤੇ ਫਿਰ ਅਸਲ ਵਿੱਚ ਤੂੰ ਮੁਸਲਮਾਨ ਅਖਵਾਉਣ ਦੇ ਯੋਗ ਹੈ। ਮਹੱਲਾ ਚੌਥਾ। ਹੁਣ ਇਹ ਸ਼ਲੋਕ ਜਿਹੜਾ ਵਾ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ, ਵਾਰ ਇਹ ਗੁਰੂ ਨਾਨਕ ਸਾਹਿਬ ਜੀ ਦੀ ਹੈ। ਤੇ ਮੈਂ ਆਰੰਭ ਵਿੱਚ ਵੀ ਬੇਨਤੀ ਕੀਤੀ ਸੀ ਕਿ ਜਿਹੜੀ ਵਾਰ ਹੈ ਉਹ ਪੌੜੀਆਂ ਦੀ ਹੁੰਦੀ ਹੈ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੰਪਾਦਨਾ ਵੇਲੇ ਇਹ ਸ਼ਲੋਕ ਜਿਹੜੇ ਨੇ ਇਹ ਇੱਥੇ ਦਰਜ ਕੀਤੇ ਨੇ। ਜਿਹੜੇ ਬਚ ਗਏ ਸਨ ਉਹ ਸ਼ਲੋਕ ਵਾਰਾਂ ਤੇ ਵਧੀਕ, ਉਹ ਅਸੀਂ ਵਿਚਾਰ ਕਰ ਚੁੱਕੇ ਹਾਂ। ਮਹੱਲਾ ਚੌਥਾ। ਪਰ ਹਰ ਕਾਮ ਕ੍ਰੋਧ ਝੂਠ ਨਿੰਦਾ, ਤਜ ਮਾਇਆ ਅਹੰਕਾਰ ਚੁਕਾਵੈ। ਜੇ ਮਨੁੱਖ ਕਾਮ, ਗੁੱਸਾ, ਝੂਠ, ਨਿੰਦਿਆ ਇਹ ਸਭ ਕੁਝ ਛੱਡ ਦੇਵੇ, ਤੇ ਮਾਇਆ ਦਾ ਲਾਲਚ ਜਿਹੜਾ ਹੈ, ਜਿਹਦੇ ਨਾਲ ਅਹੰਕਾਰ ਹੁੰਦਾ ਹੈ, ਉਹ ਵੀ ਛੱਡ ਦੇਵੇ, ਤੇ ਗੁਰੂ ਸਾਹਿਬ ਕਹਿੰਦੇ ਨੇ ਤਜ ਕਾਮ ਕਾਮਨੀ ਮੋਹ ਤਜੈ, ਤਾਂ ਅੰਜਨ ਮਾਹੇ ਨਿਰੰਜਨ ਪਾਵੈ। ਧਿਆਨ ਦੇਣਾ, ਪਹਿਲੇ ਵਿੱਚ ਕਾਮ, ਕ੍ਰੋਧ, ਝੂਠ, ਨਿੰਦਾ, ਅਹੰਕਾਰ, ਇਹ ਪੰਜ ਚੀਜ਼ਾਂ ਜਿਹੜੀਆਂ ਛੱਡਣ ਵਾਸਤੇ ਆਖਿਆ, ਇਹਨਾਂ ਨੂੰ ਤਿਆਗ ਦੇ, ਕਿਉਂਕਿ ਇਹਨਾਂ ਦੇ ਨਾਲ ਅੰਦਰ ਅਹੰਕਾਰ, ਲਾਲਚ ਸਭ ਕੁਝ ਆਉਂਦਾ ਹੈ। ਇਸ ਕਰਕੇ ਗੁਰੂ ਸਾਹਿਬ ਕਹਿੰਦੇ, ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ, ਕਿ ਹੇ ਭਾਈ, ਜੇ ਮਨੁੱਖ ਇਹ ਸਾਰਾ ਕੁਝ ਛੱਡ ਦੇ, ਆਪਣੇ ਅੰਦਰੋਂ ਅਹੰਕਾਰ ਨੂੰ, ਲਾਲਚ ਨੂੰ ਦੂਰ ਕਰ ਲਏ, ਤੇ ਨਾਲ ਹੀ ਅੱਗੇ ਬਖਸ਼ਿਸ਼ ਕਰਦੇ ਨੇ ਕਿ ਤਜ ਕਾਮ ਕਾਮਨੀ, ਜੇ ਵਿਸ਼ੇ ਦੀ ਵਾਸ਼ਨਾ ਛੱਡ ਕੇ ਇਸਤਰੀ ਦਾ ਮੋਹ ਤਿਆਗ ਦੇਵੇ, ਤਜ ਕਾਮ ਕਾਮਨੀ ਮੋਹ ਤਜੈ। ਧਿਆਨ ਨਾਲ ਇਹ ਵਿਸ਼ਰਾਮ ਬੜੇ ਧਿਆਨ ਨਾਲ ਲਾਉਣਾ ਪੈਣਾ। ਤਜ ਕਾਮ, ਵਿਸ਼ਰਾਮ, ਕਾਮਨੀ ਮੋਹ ਤਜੈ। ਕਾਮਨੀ ਦਾ ਭਾਵ ਇਸਤਰੀ, ਇਸਤਰੀ ਦਾ ਮੋਹ ਛੱਡ ਦੇਵੇ, ਤਾਂ ਅੰਜਨ ਮਾਹੇ ਨਿਰੰਜਨ ਪਾਵੇ। ਇਸਤਰੀ ਦਾ ਮੋਹ ਭਾਵੇ ਨਹੀਂ, ਕਿਉਂਕਿ ਗੁਰੂ ਸਾਹਿਬ ਦਾ ਹੁਕਮ ਵੀ ਹੈ ਕਿ ਪਰ ਇਸਤਰੀ ਕੋ ਇਸਤਰੀ ਜਾਣੈ, ਪਰ ਬੇਟੀ ਕੋ ਬੇਟੀ ਜਾਣੈ, ਪਰ ਇਸਤਰੀ ਕੋ ਮਾਤ ਬਕਾਨੈ। ਆਪਨ ਇਸਤਰੀ ਸੋ ਰਤ ਹੋਈ, ਰਹਿਤਵੰਤ ਸਿੰਘ ਸੋਈ। ਇਹ ਰਹਿਤਨਾਮਿਆਂ ਦੇ ਵਿੱਚ ਜ਼ਿਕਰ ਹੈ ਕਿ ਗੁਰੂ ਸਾਹਿਬ ਦਾ ਹੁਕਮ ਹੈ ਕਿ ਪਰਾਈ ਇਸਤਰੀ ਦੇ ਨਾਲ ਜਿਹੜਾ ਵਾ ਉਹ ਸੰਬੰਧ ਨਹੀਂ ਬਣਾਉਣੇ। ਆਪਣੀ ਇਸਤਰੀ ਜਿਹੜੀ ਆ ਕੇਵਲ ਉਹਦੇ ਨਾਲ ਹੀ ਗ੍ਰਿਸ਼ਤ ਭੋਗਣਾ ਹੈ। ਗੁਰੂ ਸਾਹਿਬ ਇੱਥੇ ਬਖਸ਼ਿਸ਼ ਕਰਦੇ ਨੇ ਕਿ ਹੇ ਭਾਈ, ਜਿਹੜਾ ਕਾਮ ਦੇ ਵਿੱਚ, ਕਿਉਂਕਿ ਤਜ ਕਾਮ, ਉਹ ਵਾਸ਼ਨਾਵਾਂ, ਜਿਹੜੀਆਂ ਵਾਸ਼ਨਾਵਾਂ ਦੇ ਨਾਲ ਮਨੁੱਖ ਸੰਸਾਰ ਦੇ ਵਿੱਚ ਕੁਕਰਮ ਕਰ ਬੈਠਦਾ ਹੈ, ਗੁਰੂ ਸਾਹਿਬ ਕਹਿੰਦੇ ਨੇ ਉਹ ਵਾਸ਼ਨਾਵਾਂ ਨੂੰ ਛੱਡ ਕੇ, ਇਸਤਰੀ ਦਾ ਮੋਹ ਛੱਡ ਕੇ ਉਹਨੂੰ ਤਿਆਗ ਦੇਵੇ, ਮੋਹ ਨੂੰ, ਤੇ ਨਾਲ ਹੀ ਤਜੈ, ਤੇ ਅੱਗੇ ਨਾਲ ਹੀ ਆ ਗਿਆ ਅੰਜਨ ਮਾਹੇ। ਤਜੈ ਤੇ ਵਿਸ਼ਰਾਮ ਲੱਗਣਾ, ਅੰਜਨ ਮਾਹੇ ਨਿਰੰਜਨ ਪਾਵੈ।
ਫਿਰ ਮਨੁੱਖ ਮਾਇਆ ਦੀ ਕਾਲਖ ਵਿੱਚ ਰਹਿੰਦਾ ਹੋਇਆ ਵੀ ਮਾਇਆ ਰਹਿਤ ਪ੍ਰਭੂ ਨੂੰ ਲੱਭ ਲੈਂਦਾ ਹੈ। ਭਾਵ ਇਸ ਸੰਸਾਰ ਵਿੱਚ ਜਿਹੜਾ ਧਨ ਕਮਾ ਰਹੇ ਆ, ਇੱਜ਼ਤ ਕਮਾ ਰਹੇ ਆ, ਸ਼ੋਹਰਤ ਕਮਾ ਰਹੇ ਆ, ਮਨੁੱਖ ਉਹ ਸਾਰਾ ਕੁਝ ਕਮਾਉਂਦਿਆਂ ਹੋਇਆਂ ਵੀ ਉਸ ਪ੍ਰਮਾਤਮਾ ਨੂੰ ਲੱਭ ਲੈਂਦਾ ਹੈ। ਭਾਵ ਉਹ ਕੋਈ ਕਰਮ ਨਹੀਂ ਕਰਦਾ, ਭੈੜੇ ਕਰਮਾਂ ਵੱਲ ਉਹਦੇ ਨਿਗਾਹ ਨਹੀਂ ਜਾਂਦੀ, ਉਹ ਕੇਵਲ ਆਪਣੇ ਘਰ ਵਿੱਚ ਰਹਿੰਦਾ ਹੋਇਆ, ਗ੍ਰਸਥ ਨੂੰ ਨਿਭਾਉਂਦਿਆਂ ਹੋਇਆ, ਹੱਸਦਿਆਂ ਖਿਲਾਉਂਦਿਆਂ ਪਿਲਾਉਂਦਿਆਂ ਵਿੱਚ ਹੋਵੇ ਮੁਕਤ। ਸਤਿਗੁਰੂ ਜੀ ਅੱਗੇ ਬਖਸ਼ਿਸ਼ ਕਰਦੇ ਨੇ, ਤਜ ਮਾਨ ਅਭਿਮਾਨ ਪ੍ਰੀਤ ਸੁਤ ਦਾਰਾ। ਜੇ ਮਨੁੱਖ ਅਹੰਕਾਰ ਦੂਰ ਕਰਕੇ ਪੁੱਤਰ ਵਹੁਟੀ ਦਾ ਮੋਹ ਛੱਡ ਦੇਵੇ, ਭਾਵ ਕੇਵਲ ਉਹਦੇ ਮੋਹ ਵਿੱਚ ਬੱਝਾ ਹੋਇਆ ਮਨੁੱਖ ਕੀ ਨਹੀਂ ਕਰਦਾ, ਚੋਰੀਆਂ ਕਰਦਾ, ਝੂਠ ਬੋਲਦਾ, ਨਿੰਦਿਆ ਕਰਦਾ, ਇੱਥੋਂ ਤੱਕ ਕਿ ਧਾਰਮਿਕ ਸਥਾਨ ਤੇ ਜਾ ਕੇ ਆਪਣੇ ਕਾਰੋਬਾਰ ਦੀ ਤਰੱਕੀ, ਕਈ ਵਾਰ ਇੱਥੋਂ ਤੱਕ ਵੀ ਹੋ ਜਾਂਦਾ ਕਿ ਦੂਸਰੇ ਦੀ ਢਹਿੰਦੀ ਕਲਾ ਵਾਸਤੇ ਜਿਹੜਾ ਵਾ ਅਰਦਾਸਾਂ ਕਰਨ ਲੱਗ ਪੈਂਦੇ ਆ ਕਿ ਸੱਚੇ ਪਾਤਸ਼ਾਹ ਇਹਦਾ ਆਹ ਹੋ ਜਾਵੇ, ਇਹਨੇ ਮੇਰੇ ਨਾਲ ਆਹ ਬੁਰਾ ਕੀਤਾ। ਗੁਰੂ ਸਾਹਿਬ ਕਹਿੰਦੇ ਸਭ ਕੁਝ ਜਿਹੜਾ ਨਾ ਅਸੀਂ ਆਪਣੇ ਘਰ ਪਰਿਵਾਰ ਲਈ ਕਰਦੇ ਹਾਂ। ਤੇ ਜੇ ਮਨੁੱਖ ਇਹ ਅਹੰਕਾਰ ਦੂਰ ਕਰਕੇ ਆਪਣੇ ਪੁੱਤਰ ਤੇ ਵਹੁਟੀ ਦਾ ਮੋਹ ਛੱਡ ਦੇਵੇ, ਦੁਨੀਆ ਦੇ ਪਦਾਰਥਾਂ ਦੀਆਂ ਆਸਾਂ ਤੇ ਤ੍ਰਿਸ਼ਨਾ ਛੱਡ ਦੇਵੇ, ਤਾਂ ਉਹ ਪ੍ਰਮਾਤਮਾ ਰਹਿਮਤ ਕਰਦਾ ਹੈ। ਫਿਰ ਇਹ ਸੁਰਤ ਜਿਹੜੀ ਉਸ ਪ੍ਰਮਾਤਮਾ ਵਿੱਚ ਜੁੜ ਜਾਂਦੀ ਹੈ। ਤਜ ਮਾਨ ਅਭਿਮਾਨ ਪ੍ਰੀਤ ਸੁਤ ਦਾਰਾ, ਤਜ ਪਿਆਸ ਆਸ ਰਾਮ ਲਿਵ ਲਾਵੇ। ਫਿਰ ਜਿਹੜੀਆਂ ਆਸਾਂ ਨੇ, ਤ੍ਰਿਸ਼ਨਾਵਾਂ ਨੇ ਦੁਨੀਆ ਦੀਆਂ ਪਦਾਰਥਾਂ ਦੀਆਂ, ਉਹ ਖਤਮ ਹੋ ਜਾਂਦੀਆਂ ਨੇ ਤੇ ਪ੍ਰਮਾਤਮਾ ਵਿੱਚ ਸੁਰਤ ਜੁੜ ਜਾਂਦੀ ਹੈ। ਨਾਨਕ ਸਾਚਾ ਮਨ ਵਸੈ, ਸਾਚ ਸ਼ਬਦ ਹਰ ਨਾਮ ਸਮਾਵੈ। ਤੇ ਗੁਰੂ ਰਾਮਦਾਸ ਜੀ ਅਖੀਰ ਉੱਤੇ ਬਖਸ਼ਿਸ਼ ਕਰਦੇ ਨੇ ਕਿ ਸਦਾ ਸਥਿਰ ਰਹਿਣ ਵਾਲਾ ਪ੍ਰਮਾਤਮਾ ਜੋ ਹੈ, ਜੇ ਮਨੁੱਖ ਇਹ ਕਰਮ ਕਰ ਲੈਂਦਾ ਹੈ, ਇਹ ਸਭ ਕੁਝ ਕਰ ਲੈਂਦਾ ਹੈ, ਤਾਂ ਸਦਾ ਸਥਿਰ ਰਹਿਣ ਵਾਲਾ ਜਿਹੜਾ ਪ੍ਰਮਾਤਮਾ ਹੈ ਉਸਦੇ ਮਨ ਵਿੱਚ ਵਸ ਪੈਂਦਾ ਹੈ। ਗੁਰੂ ਦੇ ਸ਼ਬਦ ਰਾਹੀਂ ਸਾਚ ਸ਼ਬਦ ਹਰ ਨਾਮ ਸਮਾਵੈ, ਉਹ ਪ੍ਰਮਾਤਮਾ ਦਾ ਨਾਮ ਵੀ ਆਪਣੇ ਮਨ ਵਿੱਚ ਵਸਾ ਲੈਂਦਾ ਹੈ ਤੇ ਗੁਰੂ ਦੇ ਸ਼ਬਦ ਰਾਹੀਂ ਸਦਾ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਦਾ ਹੋਇਆ ਉਹਦੇ ਵਿੱਚ ਲੀਨ ਹੁੰਦਾ ਹੈ। ਪੌੜੀ। ਹੁਣ ਅੱਗੇ ਗੁਰੂ ਸਾਹਿਬ ਜੀ ਨਾਨਕ ਸਾਹਿਬ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪੌੜੀ ਹੈ, ਜਿਹਦੇ ਵਿੱਚ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ, ਰਾਜੇ ਰਈਅਤ ਸਿਕਦਾਰ ਕੋਈ ਨਾ ਰਹਿਸੀਓ, ਹੱਟ ਪੱਟਣ ਬਾਜ਼ਾਰ ਹੁਕਮੇ ਟਹਸੀਓ। ਗੁਰੂ ਸਾਹਿਬ ਇਸ ਪੰਕਤੀ ਵਿੱਚ ਬਖਸ਼ਿਸ਼ ਕਰਦੇ ਨੇ ਕਿ ਜਿਹੜੇ ਰਾਜੇ ਨੇ, ਜਿਨ੍ਹਾਂ ਦੇ ਕੋਲ ਧਨ ਬਹੁਤ ਹੈ, ਜਿਨ੍ਹਾਂ ਨੇ ਧਨ ਪਦਾਰਥ ਜਿਹੜਾ ਵਾ ਉਹ ਇਕੱਠਾ ਕੀਤਾ ਹੋਇਆ ਹੈ, ਰਾਜੇ ਰਈਅਤ ਸਿਕਦਾਰ, ਭਾਵ ਰਾਜੇ, ਉਹਨਾਂ ਦੀ ਪਰਜਾ, ਜਿਹੜੇ ਉੱਥੇ ਚੌਧਰੀ ਨੇ, ਇਹ ਸਾਰੇ ਧਰਤੀ ਦੇ ਉੱਤੇ ਜਿਨ੍ਹਾਂ ਦੇ ਨਾਲ ਕੋਈ ਉੱਚਾ ਹੈ, ਕੋਈ ਨੀਵਾਂ ਹੈ, ਸਾਰੇ ਸਦਾ ਸਥਿਰ ਰਹਿਣ ਵਾਲੇ ਨਹੀਂ। ਕੋਈ ਨਾ ਰਸੀਓ, ਕੋਈ ਵੀ ਸਦਾ ਇਸ ਧਰਤੀ ਤੇ ਨਹੀਂ ਰਹਿਣ ਵਾਲਾ। ਹੱਟ ਪੱਟਣ ਬਾਜ਼ਾਰ ਹੁਕਮੀ ਟਹਸੀਓ। ਗੁਰੂ ਸਾਹਿਬ ਕਹਿੰਦੇ ਨੇ ਹੱਟੀਆਂ, ਸ਼ਹਿਰ, ਬਾਜ਼ਾਰ, ਅੰਤ ਇਹ ਸਾਰੇ ਜਿਹੜੇ ਨੇ ਨਾ ਪ੍ਰਭੂ ਦੇ ਹੁਕਮ ਵਿੱਚ ਢਹਿ ਜਾਣਗੇ। ਵੇਖਿਆ ਹੋਣਾ ਤੁਸੀਂ, ਜਦੋਂ ਭੁਚਾਲ ਆਉਂਦਾ, ਜਦੋਂ ਤੂਫਾਨ ਆਉਂਦਾ ਤੇ ਧਰਤੀ ਨੈਸ ਤੋਂ ਨਬੂਦ ਹੋ ਜਾਂਦੀ ਹੈ, ਜਿਹੜੀਆਂ ਵੱਡੀਆਂ ਵੱਡੀਆਂ ਬਿਲਡਿੰਗਾਂ ਥੱਲੇ ਗਿਰ ਜਾਂਦੀਆਂ ਨੇ। ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਕਿ ਇਹ ਸਭ ਕੁਝ ਉਹਦੇ ਹੁਕਮ ਦੇ ਨਾਲ ਖਤਮ ਹੋਣ ਵਾਲਾ ਹੈ, ਇਹ ਸਦਾ ਸਥਿਰ ਨਹੀਂ। ਪੱਕੇ ਬੰਕ ਦੁਆਰ ਮੂਰਖ ਜਾਣੇ ਆਪਣੇ। ਜਿਹੜੇ ਘਰ ਬਣਾਏ ਆ ਨਾ, ਮੂਰਖ ਮਨੁੱਖ ਜਿਹੜਾ ਇਹ ਸਮਝਦਾ ਕਿ ਇਹ ਸਾਰੇ ਮੇਰੇ ਨੇ, ਜਿਨ੍ਹਾਂ ਨੂੰ ਸੋਹਣੇ ਦਰਵਾਜ਼ੇ ਲੱਗੇ ਨੇ, ਪੱਕੀਆਂ ਇੱਟਾਂ ਵਾਲੇ ਨੇ, ਕਦੇ ਢੱਠਣ ਵਾਲੇ ਨਹੀਂ। ਇਹਦੀ ਬਿਲਡਰ ਨੇ 25 ਸਾਲ ਜਿਹੜੀ ਮੰਦਿਆਦ ਦੱਸੀ ਹੈ, 30 ਸਾਲ ਮੰਦਿਆਦ ਦੱਸੀ ਹੈ, ਨਹੀਂ ਢਹਿਣੇ। ਪਰ ਭਲਿਆ ਇਹ ਤੇਰੀ ਮੂਰਖਤਾ ਹੈ, ਕਿਉਂਕਿ ਦਰਬ ਭਰੇ ਭੰਡਾਰ ਰੀਤੇ ਇੱਕ ਖਣੇ। ਧਨ ਨਾਲ ਭਰੇ ਹੋਏ ਖਜ਼ਾਨੇ ਇੱਕ ਪਲਕ ਵਿੱਚ ਖਾਲੀ ਹੋ ਜਾਂਦੇ। ਪਰਮਾਤਮਾ ਚਾਹੇ ਤੇ ਕੀ ਨਹੀਂ ਕਰ ਸਕਦਾ।
ਗੁਰੂ ਸਾਹਿਬ ਕਹਿੰਦੇ ਨੇ ਕਿ ਦਰਬ ਭਰੇ ਭੰਡਾਰ, ਦਰਬ ਦਾ ਭਾਵ ਅਰਥ ਹੈ ਧਨ। ਧਨ ਨਾਲ ਭਰੇ ਹੋਏ ਭੰਡਾਰ ਜਿਹੜੇ ਨੇ ਅੰਤ ਨੂੰ ਉਹ ਇੱਕ ਖਿਣ ਵਿੱਚ ਖਤਮ ਹੋ ਸਕਦੇ ਨੇ ਜੇ ਉਹ ਪ੍ਰਮਾਤਮਾ ਦੀ ਨਿਗਾਹ ਤੇਰੇ ਤੋਂ ਹਟ ਜਾਵੇ। ਤਾਜੀ ਰੱਥ ਤੁਖਾਰ ਹਾਥੀ ਪਾਖਰੇ। ਗੁਰੂ ਸਾਹਿਬ ਕਹਿੰਦੇ ਨੇ ਕਿ ਵਧੀਆ ਘੋੜੇ, ਤਾਜੀ ਅਰਬੀ ਨਸਲ ਦੇ ਘੋੜੇ ਜਿਹੜੇ ਨੇ, ਰੱਥ ਸਮਝ ਗਏ ਆ ਕਿ ਰੱਥ ਜਿਹਦੇ ਅੱਗੇ ਘੋੜਾ ਜੋਇਆ ਜਾਂਦਾ, ਜਿਹਦੇ ਉੱਤੇ ਬੈਠ ਕੇ ਲੋਕ ਰਾਜੇ ਮਹਾਰਾਜੇ ਸਵਾਰੀ ਕਰਦੇ ਨੇ। ਤੁਖਾਰ ਭਾਵ ਊਠ, ਹਾਥੀ, ਹਾਥੀ ਤੇ ਅਸੀਂ ਜਾਣਦੇ ਹਾਂ। ਪਾਖਰੇ, ਗੁਰੂ ਸਾਹਿਬ ਕਹਿੰਦੇ ਨੇ ਕਿ ਮਨੁੱਖ ਕੀ ਕਰਦਾ ਏ, ਸੋਹਣੇ ਰੱਥ ਬਣਾਉਂਦਾ ਏ, ਅਰਬੀ ਘੋੜੇ, ਅਰਬੀ ਨਸਲ ਦੇ ਜਿਹੜੇ ਘੋੜੇ ਨੇ ਉਹ ਵੀ ਰੱਖਦਾ ਹੈ, ਇਹਦੇ ਕੋਲੋਂ ਊਠ ਵੀ ਨੇ। ਬਾਗ ਮਿਲਖ ਘਰ ਬਾਰ ਕਿੱਥੇ ਸੇ ਆਪਣੇ। ਹੁਣ ਅੱਗੇ ਸਤਿਗੁਰੂ ਜੀ, ਕਿਉਂਕਿ ਪੰਕਤੀ ਇਕੱਠੀ ਆ, ਇਹਦਾ ਭਾਵ ਅਰਥ ਇਕੱਠਾ ਤਿੰਨਾਂ ਪੰਕਤੀਆਂ ਦਾ। ਤੰਬੂ ਪਲੰਗ ਨਿਵਾਰ ਸਰਾਇਕੇ ਲਾਲਤੀ। ਗੁਰੂ ਸਾਹਿਬ ਕਹਿੰਦੇ ਨੇ ਕਿ ਜਿਸ ਤਰ੍ਹਾਂ ਵਧੀਆ ਘੋੜੇ, ਰੱਥ, ਊਠ, ਹਾਥੀ, ਪੌਦੇ, ਬਾਗ, ਜ਼ਮੀਨਾਂ, ਬਾਗ ਮਿਲਖ ਘਰ ਬਾਰ, ਸਾਰਾ ਘਰ ਬਾਰ, ਘਰ ਘਾਟ ਜਿਹਨੂੰ ਆਪਾਂ ਪੰਜਾਬੀ ਚ ਆਮ ਸ਼ਬਦ ਬੋਲਦੇ ਨੇ ਵੀ ਘਰ ਘਾਟ ਖਤਮ ਹੋ ਗਿਆ, ਭਾਵ ਸਾਰਾ ਕੁਝ ਜਿੰਨਾ ਮਨੁੱਖਾਂ ਨੂੰ ਆਪਣੇ ਸਮਝਦਾ ਹੈ। ਜਿਹੜਾ ਮਨੁੱਖ ਇਹਨਾਂ ਨੂੰ ਆਪਣੇ ਸਮਝਦਾ ਹੈ ਨਾ, ਜਦੋਂ ਇਹ ਜਾਣਦੇ ਆ ਨਾ, ਉਹ ਫਿਰ ਕਿਤੇ ਜਾਂਦੇ ਲੱਭਦੇ ਨਹੀਂ। ਇਹ ਸਭ ਕੁਝ ਜੋ ਵੀ ਪ੍ਰਮਾਤਮਾ ਨੇ ਬਖਸ਼ਿਸ਼ ਕੀਤਾ ਹੈ, ਤੰਬੂ, ਪਲੰਗ, ਨਿਵਾਰ, ਗੁਰੂ ਸਾਹਿਬ ਕਹਿੰਦੇ ਨੇ ਇਹ ਜਿੰਨੀਆਂ ਵੀ ਕਨਾਤਾਂ ਨੇ, ਤੰਬੂ ਲਾਏ ਹੋਏ ਨੇ, ਪਲੰਗ ਡਾਏ ਹੋਏ ਨੇ, ਇਹ ਸਭ ਕੁਝ ਜਿਹੜਾ ਏ ਇਹ ਨਾਸ਼ਵੰਤ ਹਨ, ਇਹ ਖਤਮ ਹੋਣ ਵਾਲੇ ਨੇ, ਇਹ ਕਿਤੇ ਸਾਡੇ ਨਾਲ ਨਹੀਂ ਜਾਣੇ, ਇਹ ਇੱਥੇ ਹੀ ਰਹਿ ਜਾਣੇ ਨੇ। ਨਾਨਕ ਸੱਚ ਦਾ ਤਾਰ ਸਿਨਾਖਤ ਕੁਦਰਤੀ। ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਕਿ ਇਹ ਭਾਈ ਸਦਾ ਰਹਿਣ ਵਾਲਾ ਸਿਰਫ ਉਹਦਾ ਪ੍ਰਮਾਤਮਾ ਦਾ ਨਾਮ ਹੀ ਹੈ, ਜੋ ਇਹਨਾਂ ਪਦਾਰਥਾਂ ਦੇ ਦੇਣ ਵਾਲਾ ਹੈ। ਇਹ ਵੀ ਗੱਲ ਹੈ ਕਿ ਸਾਰੇ ਪਦਾਰਥ ਉਹੀ ਦੇ ਰਿਹਾ, ਉਸ ਦੀ ਪਛਾਣ ਉਸ ਦੀ ਰਚੀ ਕੁਦਰਤ ਵਿੱਚੋਂ ਹੁੰਦੀ ਹੈ। ਜੇ ਹੁਣ ਆਖੀਏ ਕਿ ਉਹਨੂੰ ਲੱਭਣਾ ਕਿੱਥੋਂ, ਤੋਂ ਉਹਦੀ ਕੁਦਰਤ ਵਿੱਚੋਂ। ਗੁਰੂ ਸਾਹਿਬ ਅੱਗੇ ਬਖਸ਼ਿਸ਼ ਕਰਦੇ ਨੇ, ਸ਼ਲੋਕ ਮਹੱਲਾ ਪਹਿਲਾ। ਨਦੀਆਂ ਹੋਵੈ ਤੇਲਵਾਂ, ਸੁਮ ਹੋਵੇ ਦੁੱਧ ਘੀਓ। ਗੁਰੂ ਸਾਹਿਬ ਕਹਿੰਦੇ ਨੇ ਕਿ ਤੇਲਵਾਂ ਭਾਵ ਗਾਈਆਂ, ਜੇ ਨਦੀਆਂ, ਜਿੰਨੀਆਂ ਵੀ ਨਦੀਆਂ ਨੇ ਗਾਈਆਂ ਬਣ ਜਾਣ। ਸੁਮ ਹੋਵੇ ਦੁੱਧ ਘੀਓ, ਜਿਹੜੇ ਚਸ਼ਮੇ ਨੇ, ਸੁਮ ਦਾ ਭਾਵ ਕਈਆਂ ਨੇ ਸਮੁੰਦਰ ਵੀ ਲਿਆ, ਤੇ ਜ਼ਿਆਦਾਤਰ ਇੱਥੇ ਜਿਹੜੇ ਸ਼ਬਦ ਆਏ ਨੇ ਸੁਮ ਦਾ ਭਾਵ ਹੈ ਚਸ਼ਮੇ, ਸੋਮੇ। ਜਿਹੜੇ ਚਸ਼ਮੇ ਨੇ ਜਿਨ੍ਹਾਂ ਚੋਂ ਪਾਣੀ ਵਗਦਾ ਏ, ਉਹ ਚਸ਼ਮਿਆਂ ਦੇ ਅੰਦਰ ਦੁੱਧ ਤੇ ਘਿਓ ਜਿਹੜਾ ਵਾ ਉਹ ਵਗਣ ਲੱਗ ਪਵੇ। ਸਗਲੀ ਧਰਤੀ ਸ਼ੱਕਰ ਹੋਵੈ, ਖੁਸ਼ੀ ਕਰੇ ਨਿਤ ਜੀਓ। ਇਹ ਸਾਰੀ ਜ਼ਮੀਨ ਸ਼ੱਕਰ ਬਣ ਜਾਏ, ਇਹਨਾਂ ਪਦਾਰਥਾਂ ਨੂੰ ਵੇਖ ਕੇ ਮੇਰੀ ਜਿੰਦ ਨਿਤ ਖੁਸ਼ ਹੋਵੇ। ਤੇ ਨਾਲ ਹੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਪਰਬਤ ਸੋਇਨਾ ਰੂਪਾ ਹੋਵੈ, ਹੀਰੇ ਲਾਲ ਜੜਾਓ। ਕਹਿੰਦੇ ਮੇਰੇ ਵਾਸਤੇ ਪਰਬਤ ਜਿਹੜਾ ਸੋਇਨੇ ਦਾ ਬਣ ਜਾਵੇ, ਹੀਰਿਆਂ ਦਾ, ਰੂਪਾ ਭਾਵ ਅਰਥ ਹੀਰੇ, ਮਾਫ ਕਰਨਾ, ਪਰਬਤ ਸੋਇਨਾ ਰੂਪਾ ਹੋਵੇ, ਸੋਨਾ ਤੇ ਚਾਂਦੀ, ਰੂਪਾ ਦਾ ਭਾਵ ਅਰਥ ਹੈ ਚਾਂਦੀ, ਚਾਂਦੀ ਤੇ ਸੋਨੇ ਦੇ ਪਰਬਤ ਬਣ ਜਾਣ। ਹੀਰੇ ਲਾਲ ਜੜਾਓ, ਤੇ ਉਸ ਚਾਂਦੀ ਤੇ ਸੋਨੇ ਦੇ ਬਣੇ ਹੋਏ ਪਰਬਤ ਉੱਤੇ ਲਾਲ ਹੀਰੇ ਇਹ ਜੜੇ ਹੋਣ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਅਖੀਰਲੀ ਪੰਕਤੀ ਵਿੱਚ ਬਖਸ਼ਿਸ਼ ਕਰਦੇ ਨੇ, ਭੀ ਤੂੰ ਹੈ ਸਲਾਹਣਾ, ਆਖਣ ਲਹੈ ਨਾ ਚਾਓ। ਮੈਂ ਇਹਨਾਂ ਪਦਾਰਥਾਂ ਵਿੱਚ, ਜਿਹੜੇ ਪਦਾਰਥ ਤੂੰ ਪੈਦਾ ਕੀਤੇ ਨੇ ਸੱਚੇ ਪਾਤਸ਼ਾਹ, ਹੈ ਅਕਾਲ ਪੁਰਖ ਵਾਹਿਗੁਰੂ ਜੀਓ, ਮੈਂ ਇਹਨਾਂ ਪਦਾਰਥਾਂ ਵਿੱਚ ਨਾ ਫਸਾਂ, ਕਿਉਂਕਿ ਮੈਨੂੰ ਤੇਰੀ ਸਿਫਤ ਸਲਾਹ ਚੰਗੀ ਲੱਗਦੀ ਹੈ, ਮੈਂ ਤੇਰੀ ਸਦਾ ਸਿਫਤ ਸਲਾਹ ਕਰਾਂ, ਤੇਰੀ ਵਡਿਆਈ
ਕਰਨ ਦਾ ਮੇਰਾ ਚਾਉ ਜਿਹੜਾ ਉਹ ਕਦੇ ਖਤਮ ਨਾ ਹੋਏ। ਆਖਣ ਲਹੇ ਨਾ ਚਾਉ, ਮੈਂ ਆਖਾਂ ਭਾਵ ਤੇਰੀ ਵਡਿਆਈ ਕਰਾਂ, ਪਰ ਮੇਰਾ ਚਾਅ ਪੂਰਾ ਨਾ ਹੋਵੇ। ਮੈਂ ਨਿੱਤ ਉੱਠ ਸਦਾ ਸੰਭਾਲੀਐ, ਰੋਜ਼ਾਨਾ ਹੀ ਖੁਸ਼ੀ ਦੇ ਨਾਲ ਉੱਠ ਕੇ ਤੇ ਸਮਾਂ ਸੰਭਾਲ ਕੇ ਤੇਰਾ ਨਾਮ ਲਵਾਂ, ਤੇਰੇ ਨਾਮ ਦੇ ਨਾਲ ਜੁੜਿਆ ਰਵਾਂ। ਇਹੀ ਮੇਰਾ ਚਾਅ ਹੈ, ਇਹ ਚਾਅ ਮੇਰਾ ਕਦੇ ਮੁੱਕੇ ਨਾ। ਇਹ ਸਭ ਕੁਝ, ਚਾਹੇ ਇਹ ਜਿੰਨੇ ਹੈ ਨੇ ਪਰਬਤ ਹੀਰੇ, ਸਭ ਕੁਝ ਜਿਹੜੇ ਨੇ ਇਹ ਧਰਤੀ ਦੇ ਉੱਤੇ ਪੈਦਾ ਹੋ ਜਾਣ, ਪਰ ਇਹਨਾਂ ਵੱਲ ਵੇਖਿਆ ਨਦੀਆਂ ਜਿਹੜੀਆਂ ਨੇ ਉਹ ਗਾਈਆਂ ਬਣ ਜਾਣ, ਸੋਮੇ ਦੁੱਧ ਦੇ ਨਾਲ ਭਰੇ ਆਉਣ ਮੇਰੇ ਸਾਹਮਣੇ, ਸਾਰੀ ਧਰਤੀ ਸ਼ੱਕਰ ਹੋ ਜਾਵੇ, ਜਿਹਨੂੰ ਵੇਖ ਵੇਖ ਮੈਂ ਖੁਸ਼ ਹੋਵਾਂ। ਇੱਥੋਂ ਤੱਕ ਕਿ ਪਰਬਤ ਸੋਨੇ ਦਾ ਚਾਂਦੀ ਦਾ ਬਣ ਜਾਵੇ ਤੇ ਉੱਤੇ ਲਾਲ ਵੀ ਜੜੇ ਹੋਣ, ਮੈਂ ਫਿਰ ਵੀ ਤੇਰੀ ਸਿਫਤ ਸਲਾਹ ਕਰਾਂ। ਮੇਰਾ ਚਾਅ ਕਦੇ ਤੇਰੀ ਸਿਫਤ ਸਲਾਹ ਤੋਂ ਮੁੱਕੇ ਨਾ। ਮੇਰਾ ਭਾਵ ਇੱਧਰ ਖਿਆਲ ਨਾ ਜਾਏ, ਇਹ ਸਭ ਕੁਝ ਵੇਖ ਕੇ ਮੈਂ ਇੱਧਰ ਖਚਦਾ ਨਾ ਹੋਵਾਂ। ਮੇਰਾ ਜਿਹੜਾ ਚਾਅ ਹੈ ਉਹ ਤੇਰੇ ਨਾਮ ਦੇ ਨਾਲ ਹੀ ਹੈ। ਮਹੱਲਾ ਪਹਿਲਾ। ਭਾਰ 18 ਮੇਵਾ ਹੋਵੇ, ਗਰੁੜਾ ਹੋਏ ਸੁਆਓ। ਹੁਣ ਰਾਰਾ ਤੇ ਡਾੜਾ ਆਇਆ, ਗਰੂੜਾ, ਗਰੂੜਾ, ਇਹ ਸ਼ਬਦ ਇਸ ਤਰ੍ਹਾਂ ਪੜ੍ਹਨਾ। ਭਾਰ 18, ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ, ਜੇ ਸਾਰੀ ਬਨਸਪਤੀ ਜਿਹੜੀ ਹੈ ਇਹ ਮੇਵਾ ਬਣ ਜਾਵੇ। ਭਾਰ 18 ਦਾ ਭਾਵ ਅਰਥ ਹੈ 18 ਭਾਰ, ਕਿ ਜਿਹੜਾ ਪੁਰਾਤਨ ਖਿਆਲ ਹੈ ਨਾ, ਇਹ ਚੱਲਿਆ ਆ ਰਿਹਾ ਹੈ ਕਿ ਹਰੇਕ ਕਿਸਮ ਦੇ ਜਿਹੜੇ ਬ੍ਰਿਸ਼ ਬੂਟੇ ਆ ਨਾ, ਜੇ ਇਹਨਾਂ ਦਾ ਇੱਕ ਇੱਕ ਪੱਤਰ ਲੈ ਕੇ ਇਕੱਲੇ ਤੋਲੇ ਜਾਣ ਤਾਂ ਸਾਰਾ ਤੋਲ ਜਿਹੜਾ ਵਾ 18 ਭਾਰ ਬਣਦਾ ਹੈ। ਇੱਕ ਭਾਰ ਦਾ ਵਜਨ ਹੈ 5 ਮਣ ਕੱਚੇ। ਗੁਰੂ ਸਾਹਿਬ ਕਹਿੰਦੇ ਨੇ, ਫਿਰ ਧਿਆਨ ਦੇਣਾ ਕਿ ਇਹ ਪੁਰਾਤਨ ਖਿਆਲ ਤੁਰਿਆ ਆਉਂਦਾ ਕਿ ਜੇ ਹਰੇਕ ਕਿਸਮ ਦੇ ਬ੍ਰਿਸ਼ ਬੂਟੇ ਦਾ ਇੱਕ ਇੱਕ ਪੱਤਰ ਜਿਹੜਾ ਲੈ ਕੇ ਇਕੱਠੇ ਤੋਲੇ ਜਾਣ ਤਾਂ ਸਾਰਾ ਤੋਲ 18 ਭਾਰ ਬਣਦਾ। ਖੈਰ ਅਸੀਂ ਇਹ ਜਿਹੜਾ ਗੁਰੂ ਸਾਹਿਬ ਜੀ ਦਾ ਉਪਦੇਸ਼ ਹੈ ਇਹਦੇ ਵੱਲ ਆਈਏ। ਜੇ ਸਾਰੀ ਬਨਸਪਤੀ ਮੇਵਾ ਬਣ ਜਾਵੇ, ਜਿਸ ਦਾ ਸਵਾਦ ਬਹੁਤ ਰਸੀਲਾ ਹੋਵੇ, ਗਰੁੜਾ ਹੋਏ ਸੁਆਦ, ਗਰੁੜਾ ਭਾਵ ਮੂੰਹ ਵਿੱਚ ਘੁੱਲ ਜਾਣ ਵਾਲਾ, ਰਸ ਵਾਲਾ, ਰਸਦਾਇਕ। ਚੰਦ ਸੂਰਜ ਦੋਏ ਫਿਰਦੇ ਰੱਖੀ ਇਹ, ਨਿਸ਼ਚਲ ਹੋਵੇ ਥਾਉ। ਜੇ ਮੇਰੀ ਰਹਿਣ ਦੀ ਥਾਂ ਅਟੱਲ ਹੋ ਜਾਵੇ ਤੇ ਚੰਦ ਅਤੇ ਸੂਰਜ ਦੋਵੇਂ ਮੇਰੀ ਜਿਹੜੀ ਰਿਹਾਇਸ਼ ਦੀ ਸੇਵਾ ਕਰਨ ਲਈ ਸੇਵਾ ਤੇ ਲਾਏ ਜਾਣ। ਗੁਰੂ ਸਾਹਿਬ ਕਿੰਨੀ ਕਮਾਲ ਦੀ ਗੱਲ ਕਰਦੇ ਪਏ ਨੇ। ਕਹਿੰਦੇ ਇੰਨਾ ਕੁਝ ਹੋਵੇ ਨਾ ਤੇਰੇ ਕੋਲ ਇਹ ਮਨੁੱਖ, ਕਿ ਧਰਤੀ ਦੀਆਂ ਸਭ ਸਵਾਦਲੀਆਂ ਵਸਤਾਂ ਤੇਰੇ ਕੋਲ ਹੋਣ, ਚੰਦ ਤੇ ਸੂਰਜ ਤੇਰੀ ਸੇਵਾ ਵਿੱਚ, ਤੇਰੀ ਰਿਹਾਇਸ਼ ਲਈ, ਤੇਰੇ ਬੈਠਣ ਲਈ ਦੋਵੇਂ ਅੱਗੇ ਪਿੱਛੇ ਦੌੜੇ ਫਿਰਨ, ਪਰ ਭੀ ਤੂੰ ਹੈ ਸਲਾਹਣਾ, ਆਖਣ ਲਹੇ ਨਾ ਚਾਉ। ਇਹ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ, ਇਹ ਅਕਾਲ ਪੁਰਖ ਮੈਂ ਸਦਾ ਤੇਰੀ ਸਲਾਹਣਾ ਕਰਾਂ, ਤੇਰੀ ਸਿਫਤ ਸਲਾਹ ਕਰਾਂ, ਤੇ ਇਹ ਜਿਹੜਾ ਚਾਅ ਨਾ, ਇਹ ਚਾਅ ਕਦੇ ਖਤਮ ਨਾ ਹੋਵੇ। ਆਖਣ ਲਹੇ ਨਾ ਚਾਉ। ਜੇ ਮੈਂ ਇੱਕ ਵਾਰੀ ਵਾਹਿਗੁਰੂ ਕਹਿ ਦੇਵਾਂ ਤੇ ਮੈਂ ਕਹਾਂ ਮੈਂ ਬੰਦਗੀ ਕਰ ਲਈ, ਨਹੀਂ। ਗੁਰੂ ਸਾਹਿਬ ਕਹਿੰਦੇ ਪ੍ਰਮਾਤਮਾ ਉਹ ਦਿਨ ਕਦੇ ਨਾ ਆਏ ਕਿ ਮੇਰੇ ਅੰਦਰੋਂ ਤੇਰੇ ਬੰਦਗੀ ਕਰਨ ਦਾ ਚਾਅ ਜਿਹੜਾ ਉਹ ਖਤਮ ਹੋ ਜਾਵੇ। ਹੁਣ ਅੱਗੇ ਫਿਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਲੋਕ ਹੈ। ਮਹੱਲਾ ਪਹਿਲਾ। ਜੀ ਦਹਿ ਦੁਖ ਲਾਈਐ, ਪਾਪ ਗਰਹਿ ਦੁਇ ਰਾਹ। ਹੁਣ ਇਹ ਅਗਲਾ ਸਲੋਕ ਹੈ। ਜੀ ਦੇਹ, ਧਿਆਨ ਦੇ ਨਾਲ ਪੜ੍ਹਨਾ। ਜੀ ਦੇਹ ਦੁੱਖ ਲਾਈਏ ਨੂੰ ਭਾਰਾ ਕਰਕੇ ਦੇਹ ਪੜ੍ਹਨਾ। ਦੇਹ ਦਾ ਭਾਵ ਅਰਥ ਹੈ ਸਰੀਰ। ਪਾਪ ਗਰਹਿ ਦੁਇ ਰਾਹ, ਕਹਿੰਦੇ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਕਿ ਜੇ ਮੇਰੇ ਸਰੀਰ ਨੂੰ ਦੁੱਖ ਲੱਗ ਜਾਵੇ,
जे मेरे शरीर नूं दुख लग जावे, दोवें ਜਿਹੜੇ ਮਨਹੂਸ ਰਾਹੂ ਤੇ ਕੇਤੂ ਜਿਹੜੇ ਨੇ ਮੇਰੇ ਲਾਗੂ ਹੋ ਜਾਣ। ਕਹਿੰਦੇ ਨੇ ਇਹਦੇ ਸਿਰ ਤੇ ਰਾਹੂ ਕੇਤੂ ਦਾ ਸਾਇਆ ਪਿਆ ਹੋਇਆ, ਇਹਦਾ ਕੰਮ ਨਹੀਂ ਚੱਲਦਾ। ਗੁਰੂ ਸਾਹਿਬ ਕਹਿੰਦੇ ਨੇ ਦੇਖੋ ਕਿ ਜੇ ਮੇਰੇ ਸਰੀਰ ਉੱਤੇ ਅੱਤ ਦਾ ਦੁੱਖ ਬਣ ਜਾਵੇ ਤੇ ਉਹਦੇ ਨਾਲ ਨਾਲ ਜਿਹੜੇ ਦੋਵੇਂ ਪਾਪ ਜਿਹੜੇ ਮਨਹੂਸ ਪਾਪ ਦੇਣ ਵਾਲੇ ਨੇ, ਪਾਪਾਂ ਦੇ ਵਿੱਚ ਗ੍ਰਹਿਣ ਧਾਰਨ ਕਰਨ ਵਾਲੇ ਨੇ ਰਾਹੂ ਤੇ ਕੇਤੂ, ਉਹ ਦੋਵੇਂ ਜਿਹੜੇ ਨੇ ਮੇਰੇ ਨਾਲ ਬਹਿ ਜਾਣ, ਭਾਵ ਮੇਰੇ ਕੋਲ ਆਣ ਕੇ ਢੁਕ ਜਾਣ, ਮੇਰੇ ਲਾਗੂ ਹੋ ਜਾਣ। ਰਤ ਪੀਣੇ ਰਾਜੀ ਸਿਰੈ ਉੱਪਰ, ਰਤ ਪੀਣੇ ਰਾਜੀ ਸਿਰੈ ਉੱਪਰ ਰਖੀਐ ਈਵੈ ਜਾਪੈ ਭਾਉ। ਹੁਣ ਇੱਥੇ ਥੋੜੀ ਜਿਹੀ ਵਿਚਾਰ ਹੈ। ਜਿਹੜੀ ਪੁਰਾਣਾਂ ਦੀ ਕਥਾ ਹੈ ਨਾ, ਉਹਦੇ ਵਿੱਚ ਮੋਹਣੀ ਅਵਤਾਰ ਦੀ ਅਗਵਾਈ ਵਿੱਚ ਦੇਵਤਿਆਂ ਨੇ ਸਮੁੰਦਰ ਡਿੱਗਿਆ, ਜਿਸ ਵਿੱਚੋਂ 14 ਰਤਨ ਕੱਢੇ। ਉਹਨਾਂ ਵਿੱਚੋਂ ਇੱਕ ਸੀ ਅੰਮ੍ਰਿਤ। ਜਦੋਂ ਦੇਵਤੇ ਰਲ ਕੇ ਅੰਮ੍ਰਿਤ ਪੀਣ ਲੱਗੇ ਤਾਂ ਰਾਹੂ ਦੈਤ ਨੇ ਭੇਸ ਵਟਾ ਕੇ ਵਿੱਚ ਬੈਠ ਗਿਆ ਤੇ ਅੰਮ੍ਰਿਤ ਪੀ ਲਿਆ। ਚੰਦਰਮਾ ਤੇ ਸੂਰਜ ਨੇ ਪਛਾਣ ਲਿਆ। ਉਹਨਾਂ ਮੋਹਣੀ ਅਵਤਾਰ ਨੂੰ ਦੱਸਿਆ, ਜਿਸ ਨੇ ਸੁਦਰਸ਼ਨ ਚੱਕਰ ਨਾਲ ਇਸ ਦਾ ਸਿਰ ਕੱਟ ਦਿੱਤਾ। ਅੰਮ੍ਰਿਤ ਪੀਣ ਕਰਕੇ ਇਹ ਮਰ ਨਾ ਸਕਿਆ। ਹੁਣ ਤੱਕ ਵੈਰ ਲੈਣ ਲਈ ਕਦੇ ਕਦੇ ਚੰਦਰਮਾ ਤੇ ਸੂਰਜ ਨੂੰ ਆ ਗਰਸਦਾ ਹੈ ਜਦੋਂ ਗ੍ਰਹਿਣ ਲੱਗ ਜਾਂਦਾ ਹੈ। ਇਹ ਪੁਰਾਣਾਂ ਦੀ ਕਥਾ ਹੈ ਕਿ ਜਦੋਂ ਗ੍ਰਹਿਣ ਲੱਗਦਾ ਹੈ, ਇਹ ਰਾਹੂ ਜਿਹੜਾ ਵਾ ਆਣ ਕੇ ਇਹਨੂੰ ਗਰਸ ਲੈਂਦਾ ਹੈ। ਗੁਰੂ ਸਾਹਿਬ ਕਹਿੰਦੇ ਨੇ ਕਿ ਰਤ ਪੀਣੇ ਰਾਜੇ ਸਿਰੈ ਉੱਪਰ ਰੱਖੀ ਹੈ ਈਵੈ ਜਾਪੈ ਭਾਉ। ਜਿਹੜੇ ਜ਼ਾਲਮ ਰਾਜੇ ਨੇ ਮੇਰੇ ਸਿਰ ਤੇ ਹੋਣ, ਜੇ ਤੇਰਾ ਪਿਆਰ ਇਸੇ ਤਰ੍ਹਾਂ ਭਾਵ ਇਹਨਾਂ ਦੁੱਖਾਂ ਦੀ ਸ਼ਕਲ ਵਿੱਚ ਹੀ ਮੇਰੇ ਉੱਤੇ ਪ੍ਰਗਟ ਹੋਵੇ, ਤੇ ਗੁਰੂ ਸਾਹਿਬ ਫੇਰ ਬਖਸ਼ਿਸ਼ ਕਰਦੇ ਨੇ, ਭੀ ਤੂੰ ਹੈ ਸਲਾਹਣਾ ਆਖਣ ਲਹਿ ਨਾ ਚਾਓ। ਤਾਂ ਵੀ ਮੈਂ ਇਸ ਤੋਂ ਘਾਬਰ ਕੇ ਤੈਨੂੰ ਵਿਸਾਰ ਨਾ ਦਿਆਂ। ਜੇ ਇੰਨੀ ਅੱਤ ਦਾ ਦੁੱਖ ਹੋਵੇ, ਜਿਹੜੇ ਰਤ ਪੀਣੇ ਭਾਵ ਜ਼ਾਲਮ ਜਿਹੜੇ ਰਾਜੇ ਨੇ ਉਹ ਵੀ ਸਿਰ ਉੱਤੇ ਬੈਠੇ ਹੋਣ, ਭਾਵੇਂ ਸੰਸਾਰੀ ਰਾਜੇ ਤੇ ਭਾਵੇਂ ਇਹ ਰਾਹੂ ਕੇਤੂ, ਇਹ ਸਿਰ ਉੱਤੇ ਬੈਠੇ ਹੋਣ, ਅੱਤ ਦਾ ਦੁੱਖ ਹੋਵੇ, ਪਰ ਮੈਂ ਤੇਰਾ ਨਾਮ ਸਦਾ ਜਪਦਾ ਪਿਆ। ਭੀ ਤੂੰ ਹੈ ਸਲਾਹਣਾ, ਮੇਰੇ ਅੰਦਰੋਂ ਤੇਰੀ ਸਲਾਹਣਾ, ਤੇਰੀ ਉਸਤਤ ਕਰਦਿਆਂ ਮੈਂ ਤੈਨੂੰ ਭੁੱਲ ਨਾ ਜਾਵਾਂ ਇਸ ਦੁੱਖ ਵਿੱਚ। ਸੱਚੇ ਪਾਤਸ਼ਾਹ, ਮੇਰੀ ਬੇਨਤੀ ਹੈ ਕਿ ਆਖਣ ਲਹਿ ਨਾ ਚਾਹੋ, ਮੈਂ ਆਖ ਕੇ ਰੱਜਾਂ ਹੀ ਨਾ, ਮੇਰਾ ਚਾਅ ਹੀ ਪੂਰਾ ਨਾ ਹੋਵੇ। ਮੈਂ ਸਦਾ ਹੀ ਤੇਰੇ ਨਾਮ ਨੂੰ ਜਪਣ ਵਿੱਚ ਮੇਰਾ ਚਾਅ ਜਿਹੜਾ ਉਹ ਮੇਰੇ ਅੰਦਰ, ਤੇਰੀ ਸਿਫਤ ਸਲਾਹ ਦਾ ਜਿਹੜਾ ਚਾਅ ਹੈ, ਜਿਹੜੀ ਵਡਿਆਈ ਹੈ, ਮੈਂ ਸਦਾ ਕਰਦਾ ਰਵਾਂ ਤੇ ਮੇਰੇ ਅੰਦਰ ਇਹ ਕਦੇ ਚਾਅ ਖਤਮ ਨਾ ਹੋਵੇ। ਮਹੱਲਾ ਪਹਿਲਾ। ਅੱਗੀ ਪਾਲਾ ਕੱਪੜ ਹੋਵੇ, ਖਾਣਾ ਹੋਵੇ ਵਾਉ। ਅੱਗੀ ਭਾਵ ਅੱਗ, ਗਰਮੀਆਂ ਵਿੱਚ ਸੂਰਜ ਦੀ ਤਪਦੀ ਧੁੱਪ। ਜੇ ਗਰਮੀਆਂ ਦੀ ਧੁੱਪ ਤੇ ਸਿਆਲ ਦਾ ਪਾਲਾ, ਕੱਪੜ ਅੱਗੀ ਪਾਲਾ ਕੱਪੜ ਹੋਵੇ। ਅੱਗੀ ਤੋਂ ਅੱਗ ਤੇ ਪਾਲਾ ਭਾਵ ਠੰਡ। ਗੁਰੂ ਸਾਹਿਬ ਕਹਿੰਦੇ ਨੇ ਕਿ ਜੇ ਗਰਮੀਆਂ ਵਿੱਚ ਧੁੱਪ ਤੇ ਸਿਆਲ ਵਿੱਚ ਪਾਲਾ ਮੇਰੇ ਤਨ ਉੱਤੇ ਪਹਿਨਣ ਵਾਲਾ ਕੱਪੜਾ ਹੋਵੇ, ਭਾਵ ਗਰਮੀ ਵਿੱਚ ਅੱਤ ਦੀ ਮੈਨੂੰ ਗਰਮੀ ਲੱਗੇ, ਗਰਮੀ ਨੂੰ ਠੱਲਣ ਵਾਸਤੇ ਮੇਰੇ ਕੋਲ ਕੁਛ ਹੋਵੇ ਨਾ, ਨਾ ਪੱਖਾ ਹੋਵੇ, ਨਾ ਝੱਲ ਹੋਵੇ, ਨਾ ਛਾਂ ਹੋਵੇ, ਭਾਵ ਮੇਰੇ ਸਰੀਰ ਦਾ ਜਿਹੜਾ ਪਹਿਨਣ ਵਾਲਾ ਕੱਪੜਾ ਉਹ ਗਰਮੀ ਹੋਵੇ ਗਰਮੀਆਂ ਵਿੱਚ, ਤੇ ਸਿਆਲ ਵਿੱਚ ਕੇਵਲ ਠੰਡ ਹੋਵੇ। ਮੇਰੇ ਪਹਿਨਣ ਵਾਲੇ ਤਨ ਦੇ ਉੱਤੇ ਜਿਹੜਾ ਕੱਪੜਾ ਪਾਇਆ ਹੋਵੇ ਉਹ ਠੰਡ ਦਾ ਹੋਵੇ। ਭਾਵ ਜੇ ਮੈਂ ਨੰਗਾ ਰਹਿ ਕੇ ਧੁੱਪ ਤੇ ਪਾਲਾ ਵੀ ਸਹਾਰਾਂ, ਜੇ ਹਵਾ ਮੇਰੀ ਖੁਰਾਕ ਹੋਵੇ, ਖਾਣਾ ਹੋਵੇ ਵਾਉ। ਵਾਉ ਦਾ ਭਾਵ ਅਰਥ ਹੈ ਹਵਾ। ਜੇ ਮੇਰਾ ਖਾਣ ਦਾ ਜਿਹੜਾ ਮੇਰਾ ਆਹਾਰ ਹੈ ਉਹ ਹਵਾ ਹੋਵੇ, ਪਰ ਜਿਹੜੀ ਤੇਰੀ ਸਿਫਤ ਸਲਾਹ ਹੈ ਨਾ ਪ੍ਰਭੂ, ਇਹ ਤੇਰੀ ਸਿਫਤ ਸਲਾਹ ਦੇ ਸਾਹਮਣੇ ਐਨ ਤੁੱਛ ਹੈ। ਨਾ
ਉਹਨੂੰ ਠੰਡ ਵਿਆਪਦੀ ਹੈ। ਜਿਹੜਾ ਤੇਰਾ ਨਾਮ ਜਪਦਾ ਹੈ, ਨਾ ਉਹਨੂੰ ਗਰਮੀ ਵਿਆਪਦੀ ਹੈ, ਨਾ ਉਹਨੂੰ ਭੁੱਖ ਸਤਾਉਂਦੀ ਹੈ। ਆਪਣਾ ਇਤਿਹਾਸ ਅਸੀਂ ਪੜ੍ਹਦੇ ਹਾਂ। ਖੰਨੀ ਖੰਨੀ ਰੋਟੀ ਤੇ ਆਪਾਂ ਸਾਡੀਆਂ ਮਾਤਾਵਾਂ ਨੇ ਜਿਹੜਾ ਵਾ ਉਹ ਗੁਜ਼ਾਰਾ ਕੀਤਾ, ਪਰ ਸੀ ਨਹੀਂ ਕੀਤੀ। ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਸ਼ਲੋਕ ਅੰਦਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਸਭ ਕੁਝ ਮੇਰੇ ਕੋਲ ਹੋਵੇ, ਉਹਦੇ ਨਾਲ ਹੀ ਅੱਗੇ ਸੁਰਗਿਆ ਦੀਆਂ ਮੋਹਣੀਆਂ ਇਸਤਰੀਆਂ ਹੋਣ, ਨਾਨਕ ਸਭੋ ਜਾਓ। ਮੋਹਣੀਆਂ ਦਾ ਭਾਵ ਅਰਥ ਹੈ ਮੋਹ ਲੈਣ ਵਾਲੀਆਂ, ਸਵਰਗਾਂ ਦੀਆਂ ਮੋਹ ਲੈਣ ਵਾਲੀਆਂ ਜਿਹੜੀਆਂ ਇਸਤਰੀਆਂ ਨੇ, ਜਿਨ੍ਹਾਂ ਨੂੰ ਅਪਸ਼ਰਾ ਵੀ ਕਿਹਾ ਜਾਂਦਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਵਰਗਾਂ ਦੀਆਂ ਮੋਹ ਲੈਣ ਵਾਲੀਆਂ ਅਪਸ਼ਰਾ ਭਾਵ ਸੋਹਣੀਆਂ ਇਸਤਰੀਆਂ ਜਿਹੜੀਆਂ ਉਹ ਮੇਰੇ ਘਰ ਵਿੱਚ ਹੋਣ। ਨਾਨਕ ਸਭੋ ਜਾਓ ਹੈ ਤੇ ਇਹ ਨਾਸ਼ਵੰਤ, ਇਹਨਾਂ ਇੱਕ ਦਿਨ ਖਤਮ ਹੋ ਜਾਣਾ। ਇੱਕ ਦਿਨ ਗਰਮੀ ਆਈ ਸੀ, ਮੌਸਮ ਚੇਂਜ ਹੋਇਆ ਤੇ ਠੰਡ ਆ ਗਈ। ਹੁਣ ਠੰਡ ਆਈ ਹੈ, ਮੌਸਮ ਚੇਂਜ ਹੋਇਆ ਤੇ ਗਰਮੀ ਆ ਜਾਵੇਗੀ। ਜੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਧਰਤੀ ਦੇ ਉੱਤੇ ਇਸਤਰੀਆਂ, ਸੋਹਣੀਆਂ ਇਸਤਰੀਆਂ, ਉਹ ਪਸ਼ਰਾਂ ਧਰਤੀ ਦੇ ਉੱਤੇ ਆ ਜਾਣ, ਇਹ ਸੱਚੇ ਪਾਤਸ਼ਾਹ ਇੱਕ ਦਿਨ ਇਹਨਾਂ ਨੇ ਖਤਮ ਹੋ ਜਾਣਾ। ਜਿਸ ਤਰ੍ਹਾਂ ਗਰਮੀ ਚਲੀ ਗਈ, ਠੰਡ ਆ ਗਈ, ਠੰਡ ਚਲੀ ਗਈ, ਗਰਮੀ ਆ ਗਈ। ਪਾਤਸ਼ਾਹ ਮੈਂ ਇਹਦੇ ਵਿੱਚ ਖਚਤ ਨਾ ਹੋਵਾਂ, ਇਹਨਾਂ ਵਿੱਚ ਮੈਂ ਫਸ ਨਾ ਜਾਵਾਂ, ਮੈਨੂੰ ਠੰਡ ਪੋ ਨਾ ਸਕੇ, ਸੇਕ ਲੱਗ ਨਾ ਸਕੇ। ਮੈਂ ਸਦਾ ਇਹਨਾਂ ਦੋਨਾਂ ਚੀਜ਼ਾਂ ਦੇ ਵਿੱਚ ਖਚਤ ਹੋ ਕੇ ਆਪਣਾ ਜੀਵਨ ਬਤੀਤ ਨਾ ਕਰਾਂ। ਮੈਨੂੰ ਕੇਵਲ ਤੇ ਕੇਵਲ ਧੀ ਤੂੰ ਹੈ ਸਲਾਹਣਾ ਆਖਣ ਲਹਿ ਨਾ ਚਾਓ। ਮੈਂ ਸਦਾ ਤੇਰੀ ਸਿਫਤ ਸਲਾਹ ਕਰਦਾ ਰਹਾਂ, ਤੇਰੀ ਵਡਿਆਈ ਕਰਨ ਨਾਲ ਮੇਰਾ ਜਿਹੜਾ ਚਾਉ ਹੈ, ਜਿਹੜਾ ਮੈਂ ਮਨ ਵਿੱਚ ਪਾਲਿਆ ਹੋਇਆ ਕਿ ਤੇਰੀ ਵਡਿਆਈ ਕਰਨੀ ਹੈ, ਉਹ ਚਾਉ ਕਦੇ ਖਤਮ ਨਾ ਹੋਵੇ। ਪਵੜੀ ਹੁਣ ਇਹ ਸ਼ਬਦ ਕੇਵਲ ਇਸ ਵਾਰ ਦੇ ਅੰਦਰ ਵਵਾ ਤੇ ਊੜਾ, ਊੜੇ ਔਂਕੜ ਜਿਹੜਾ ਵਾ ਉਹ ਬਾਰ-ਬਾਰ ਆਇਆ ਹੈ। ਕੁਝ ਸ਼ਬਦ ਵੀ ਐਸੇ ਆਏ ਨੇ ਵੀ ਗੁਰੂ ਸਾਹਿਬ ਨੇ ਇਸ ਪਾਵਨ ਬਾਣੀ ਦੇ ਅੰਦਰ ਜਿੱਥੇ ਪੌੜੀ ਲਿਖੀ ਹੈ ਉੱਥੇ ਪਵੜੀ ਵੀ ਲਿਖਿਆ ਹੈ। ਭਾਵ ਅਰਥ ਉਹੀ ਹੈ। ਬੱਧ ਫੈਲੀ ਬੈ ਗੈ ਬਾਨਾ ਖਸਮ ਨਾ ਜਾਣੇ। ਫਿਰ ਧਿਆਨ ਨਾਲ ਪੜ੍ਹਨਾ, ਬੱਧ ਫੈਲੀ ਗੈ ਬਾਨਾ ਖਸਮ ਨਾ ਜਾਣੇ। ਬੱਧ ਫੈਲੀ ਭਾਵ ਮੰਦੀ ਕਰਤੂਤ, ਗੈ ਬਾਨਾ ਗਾਇਬ ਹੋ ਜਾਣਾ, ਲੁਕ ਜਾਣਾ। ਜੋ ਮਨੁੱਖ ਲੁਕ ਕੇ ਪਾਪ ਕਮਾਉਂਦਾ ਹੈ ਨਾ, ਤੇ ਮਾਲਕ ਨੂੰ ਹਰ ਥਾਂ ਹਾਜ਼ਰ ਨਾਜ਼ਰ ਨਹੀਂ ਸਮਝਦਾ। ਖਸਮ ਨਾ ਜਾਣੀ ਭਾਵ ਉਹਨੂੰ ਹਾਜ਼ਰ ਨਾਜ਼ਰ ਨਹੀਂ ਸਮਝਦਾ। ਸੋ ਕਹੀਐ ਦੇਵਾਨਾ ਆਪ ਨਾ ਪਛਾਣੀ। ਉਸਨੂੰ ਪਾਗਲ ਕਹਿਣਾ ਚਾਹੀਦਾ ਹੈ, ਉਹ ਆਪਣੇ ਅਸਲੇ ਨੂੰ ਪਛਾਣਦਾ ਨਹੀਂ ਹੈ। ਕੱਲ੍ਹੇ ਬੁਰੀ ਸੰਸਾਰ ਵਾਧੇ ਖੱਪੀਐ। ਗੁਰੂ ਸਾਹਿਬ ਕਹਿੰਦੇ ਨੇ ਜਗਤ ਵਿੱਚ ਕੱਲ੍ਹੇ ਭਾਵ ਜੋ ਸ਼ਾਂਤੀ ਦਾ ਨਾਸ ਕਰੇ, ਵਿਖਾਦ ਝਗੜਾ, ਕਲਹੇ ਇਹਨੂੰ ਕਲਯੁਗ ਵੀ ਕਿਹਾ, ਕਲ ਸਮਾਂ ਵੀ ਆ ਤੇ ਕਲਯੁਗ ਦੇ ਰੂਪ ਵਿੱਚ ਵੀ ਆਇਆ। ਇੱਥੇ ਜਿਹੜਾ ਸ਼ਬਦ ਆਇਆ ਕਲਹੇ, ਇਹਦਾ ਭਾਵ ਹੈ ਝਗੜਾ। ਜਗਤ ਵਿੱਚ ਵਿਕਾਰਾਂ ਦੀ ਵਿਖਾਦ ਜਿਹੜੀ ਹੈ ਐਸੀ ਚੰਦਰੀ ਹੈ ਕਿ ਵਿਕਾਰਾਂ ਵਿੱਚ ਪਿਆ ਹੋਇਆ ਮਨੁੱਖ ਵਿਕਾਰਾਂ ਦੇ ਝਮੇਲੇ ਵਿੱਚ ਹੀ ਖਪਦਾ ਰਹਿੰਦਾ ਹੈ। ਉਹਦੇ ਝਗੜੇ ਵਿੱਚ ਹੀ ਜਿਹੜਾ ਵਾ ਉਹ ਪਿਆ ਰਹਿੰਦਾ ਹੈ। ਵਿਣ ਨਾਵੈ ਵਿਕਾਰ ਭਰਮੈ ਪੱਚੀ ਹੈ। ਕਹਿੰਦੇ ਜਿਹੜਾ ਮਨੁੱਖ ਜਗਤ ਵਿੱਚ ਵਿਕਾਰਾਂ ਦੇ ਝਗੜੇ ਵਿੱਚ ਬੁਰੀ ਤਰ੍ਹਾਂ ਜਿਹੜਾ ਫਸਿਆ ਹੋਇਆ ਹੈ ਤੇ ਉਸੇ ਝਮੇਲੇ ਵਿੱਚ ਖਪਦਾ ਰਹਿੰਦਾ ਹੈ, ਭਾਈ ਉਹ ਝਗੜਾ ਕੇਵਲ ਪ੍ਰਭੂ ਦਾ ਨਾਮ ਹੀ ਛਡਵਾ ਸਕਦਾ ਹੈ। ਵਿਣ ਨਾਵੇ ਵਿਕਾਰ ਭਰਮੈ ਪੱਚੀ ਹੈ। ਨਹੀਂ ਤੇ ਪਰਮਾਤਮਾ ਦੇ ਨਾਮ ਨੂੰ ਛੱਡ ਕੇ ਮਨੁੱਖ ਮੰਦ ਕਰਮ ਤੇ ਭਟਕਣਾ ਵਿੱਚ ਖੁਆਰ ਹੁੰਦਾ ਹੈ। ਰਾਹ ਦੂਵੈ ਇੱਕ ਜਾਣੈ ਸੋਈ ਸਿਜਸੀ। ਮਨੁੱਖਾ ਜੀਵਨ ਦੇ ਦੋ ਰਸਤੇ ਹਨ, ਮਾਇਆ ਤੇ ਨਾਮ।
इस जीवन विच उही कामयाब हुंदा है ਜਿਹੜਾ ਦੋਹਾਂ ਰਸਤਿਆਂ ਵਿੱਚੋਂ ਇੱਕ ਪ੍ਰਮਾਤਮਾ ਦੇ ਨਾਮ ਨੂੰ ਚੇਤੇ ਰੱਖਦਾ ਹੈ, ਪ੍ਰਮਾਤਮਾ ਦੀ ਬੰਦਗੀ ਕਰਦਾ ਹੈ, ਉਹਦਾ ਸਿਮਰਨ ਕਰਦਾ ਹੈ। ਕੁਫਰ ਗੋ ਕੁਫਰਾਣੈ ਪਇਆ ਦਜਸੀ, ਕੁਫਰ ਭਾਵ ਝੂਠ, ਤੇ ਕੁਫਰ ਗੋ ਜੇ ਇਕੱਠਾ ਪੜੀਏ ਤੇ ਝੂਠ ਬੋਲਣ ਵਾਲਾ। ਦਜਸੀ ਭਾਵ ਸੜੇਗਾ। ਭਾਈ ਜਿਹੜਾ ਮਨੁੱਖ ਪ੍ਰਮਾਤਮਾ ਦੇ ਨਾਮ ਨੂੰ ਚੇਤੇ ਵਿੱਚ ਨਹੀਂ ਰੱਖਦਾ, ਝੂਠ ਬੋਲਦਾ ਹੈ, ਝੂਠ ਵਿੱਚ ਗਲਤਾਨ ਰਹਿੰਦਾ ਹੈ, ਕੇਵਲ ਉਹਦਾ ਮਨੋਰਥ ਝੂਠ ਬੋਲਣਾ, ਝੂਠ ਬੋਲ ਕੇ ਠੱਗੀਆਂ ਮਾਰਦਾ ਹੈ। ਤੇ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਕਿ ਭਾਈ ਝੂਠ ਵਿੱਚ ਗਲਤਾਨ ਹੋਇਆ ਮਨੁੱਖ ਸਦਾ ਸੜਦਾ ਰਹੇਗਾ। ਸਭ ਦੁਨੀਆ ਸੁਬਹਾਨ ਸੱਚ ਸਮਾਈਐ, ਜੋ ਮਨੁੱਖ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿੱਚ ਜੁੜਿਆ ਹੋਇਆ ਹੈ, ਉਸ ਲਈ ਸਾਰਾ ਜਗਤ ਸੋਹਣਾ ਹੈ। ਜੋ ਮਨੁੱਖ ਸਭ ਦੁਨੀਆ ਸੁਬਹਾਨ, ਸੁਬਹਾਨ ਦਾ ਭਾਵ ਹੈ ਸੁੰਦਰ, ਜੋ ਮਨੁੱਖ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿੱਚ ਜੁੜਿਆ ਹੋਇਆ ਹੈ, ਉਸ ਲਈ ਸਾਰਾ ਜਗਤ ਸੋਹਣਾ ਹੈ, ਸੁੰਦਰ ਹੈ। ਸਭ ਦੁਨੀਆ ਸੁਬਹਾਨ, ਸਾਰੀ ਦੁਨੀਆ ਉਹਦੇ ਵਾਸਤੇ ਸੋਹਣੀ ਹੈ। ਸੱਚ ਸਮਾਈਏ, ਜਿਹੜਾ ਸਦਾ ਰਹਿਣ ਵਾਲੇ ਪ੍ਰਭੂ ਵਿੱਚ ਸਮਾਇਆ ਹੋਇਆ ਹੈ, ਜਿਹਦੇ ਅੰਦਰ ਬੰਦਗੀ ਹੈ, ਜਿਹੜਾ ਸਦਾ ਸਿਮਰਨ ਕਰਦਾ ਹੈ। ਸਿਜੈ ਦਰ ਦੀਵਾਨ ਆਪ ਗਵਾਈਐ, ਉਹ ਖੁਦ ਹੀ ਮਿਟਾ ਕੇ ਪ੍ਰਭੂ ਦੇ ਦਰ ਤੇ, ਪ੍ਰਭੂ ਦੀ ਦਰਗਾਹ ਵਿੱਚ ਸੁਰਖਰੂ ਹੁੰਦਾ ਹੈ। ਉਹ ਖੁਦ ਹੀ ਮਿਟਾ ਕੇ ਭਾਵ ਸਿਜੈ ਦਰ ਦੀਵਾਨ ਆਪ ਗਵਾਈਐ। ਗੁਰੂ ਸਾਹਿਬ ਕਹਿੰਦੇ ਨੇ ਕਿ ਭਲਿਆ ਜੇ ਸੁਰਖਰੂ ਹੋਣਾ ਹੈ, ਆਪਣੇ ਅੰਦਰੋਂ ਜਿਹੜਾ ਖੁਦ ਹੀ ਹੈ ਉਹਨੂੰ ਖਤਮ ਕਰ ਦੇ, ਉਹਨੂੰ ਮਿਟਾ ਦੇ, ਮੈਂ ਮੇਰੀ ਨੂੰ ਖਤਮ ਕਰ ਦੇ। ਪ੍ਰਭੂ ਦੇ ਦਰ ਤੇ ਬੈਠ ਕੇ ਉਹਦੀ ਬੰਦਗੀ ਕਰ। ਜਿਸ ਦਿਨ ਤੂੰ ਉਹਦੀ ਬੰਦਗੀ ਕਰਨ ਲੱਗ ਪਿਆ, ਉਹਦੇ ਨਾਮ ਵਿੱਚ ਜੁੜ ਗਿਆ, ਤੇਰਾ ਨਾਮ ਭਿੱਜ ਗਿਆ, ਤੇ ਫਿਰ ਭਾਈ ਇਸ ਧਰਤੀ ਦੇ ਉੱਤੇ ਉਸ ਪ੍ਰਭੂ ਦੀ ਇਸ ਧਰਤੀ ਤੇ ਵੀ ਤੂੰ ਸੁਰਖਰੂ ਹੋਵੇਂਗਾ, ਤੇ ਉਸ ਪ੍ਰਭੂ ਦੀ ਦਰਗਾਹ ਵਿੱਚ ਵੀ ਤੂੰ ਜਿਹੜਾ ਵਾ ਸੁਖੀ ਰਹੇਗਾ। ਮਾਫ਼ ਕਰਨਾ, ਮੈਂ ਹਾਂਜੀ, ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ। ਫਿਰ ਮੈਂ ਇੱਕ ਵਾਰੀ ਇਸ ਪੌੜੀ ਨੂੰ ਪੜ੍ਹ ਦੇਵਾਂ, ਕਿਉਂਕਿ ਮੈਂ ਇਹਨੂੰ ਅੱਗੇ ਕਰਨਾ ਭੁੱਲ ਗਿਆ ਸੀ। ਬਦ ਫੈਲੀ ਬੇਗਾਨਾ ਖਸਮ ਨਾ ਜਾਣੀ, ਸੋ ਕਹੀਐ ਦੇਵਾਨਾ ਆਪ ਨਾ ਪਛਾਣੀ। ਕਲਹਿ ਬੁਰੀ ਸੰਸਾਰ ਵਾਦੇ ਖੱਪੀਐ, ਵਿਣ ਨਾਵੇ ਵੇਕਾਰ ਭਰਮੈ ਪੱਚੀਐ। ਰਾਹ ਦੂਵੈ ਇੱਕ ਜਾਣੈ ਸੋਈ ਸਿਜਸੀ, ਕੁਫਰ ਗੋ ਕੁਫਰਾਣੈ ਪਇਆ ਦਜਸੀ। ਸਭ ਦੁਨੀਆ ਸੁਬਹਾਨ ਸੱਚ ਸਮਾਈਐ, ਸਿਜੈ ਦਰ ਦੀਵਾਨ ਆਪ ਗਵਾਈਏ। ਇਸ ਸਮੁੱਚੀ ਪੌੜੀ ਦਾ ਜਿਹੜਾ ਭਾਵ ਅਰਥ ਇਹੀ ਹੈ ਕਿ ਭਾਈ ਮਨੁੱਖ ਪਰਮਾਤਮਾ ਦੀ ਪੈਦਾ ਕੀਤੀ ਹੋਈ ਕਾਇਨਾਤ ਦੇ ਵਿੱਚ ਫਸੇ ਨਾ, ਕਿਉਂਕਿ ਮਨੁੱਖ ਦੇ ਦੋ ਰਾਹ ਨੇ, ਇੱਕ ਮਾਇਆ ਵਾਲਾ ਤੇ ਇੱਕ ਨਾਮ ਵਾਲਾ। ਰਾਹ ਜਿਹੜਾ ਅਸੀਂ ਪ੍ਰਮਾਤਮਾ ਦੇ ਨਾਮ ਵਾਲਾ ਚੁਣਨਾ ਹੈ। ਜਿਸ ਤਰ੍ਹਾਂ ਅਸੀਂ ਸੰਸਾਰੀ ਰਾਹ ਚੁਣ ਲਈਏ, ਮਾਇਆ ਵਾਲਾ ਰਾਹ ਚੁਣ ਲਈਏ, ਤੇ ਮਾਇਆ ਵਾਲੇ ਰਾਹ ਦੇ ਉੱਤੇ ਕਦੀ ਕਦੀ ਰਸਤੇ ਵਿੱਚ ਅਸੀਂ ਪ੍ਰਮਾਤਮਾ ਨੂੰ ਯਾਦ ਕਰਦੇ ਹਾਂ, ਤੇ ਪ੍ਰਮਾਤਮਾ ਸਾਡੀ ਮਦਦ ਵੀ ਕਰਦਾ ਹੈ। ਤੇ ਜੇ ਅਸੀਂ ਪ੍ਰਮਾਤਮਾ ਵਾਲੇ ਰਾਹ ਤੇ ਤੁਰ ਪਈਏ, ਤੇ ਫਿਰ ਸਾਨੂੰ ਜਿਹੜਾ ਵਾ ਉਹ ਪ੍ਰਮਾਤਮਾ ਅੱਗੇ ਜੋਦੜੀ ਕਰਕੇ ਉਹਦੇ ਕੋਲ ਕੁਛ ਮੰਗਣਾ ਨਹੀਂ ਪਵੇਗਾ, ਉਹ ਸਭ ਕੁਝ ਪ੍ਰਮਾਤਮਾ ਸਾਡੀ ਝੋਲੀ ਵਿੱਚ ਪਾ ਦੇਵੇਗਾ। ਇਸ ਕਰਕੇ ਕਹਿੰਦੇ ਜੇ ਕੁਛ ਖਾਣਾ ਹੋਵੇ ਨਾ, ਜੰਗਲ ਵਿੱਚ ਜਾ ਕੇ, ਭਾਵ ਜਿੱਥੇ ਬਗੀਚੀ ਵਿੱਚ ਜਾ ਕੇ, ਜਿੱਥੇ ਫਲਦਾਰ ਦਰਖਤ ਨੇ, ਰੁੱਖ ਨੇ, ਤੇ ਅਸੀਂ ਉਹਦੇ ਨਾਲੋਂ ਜੇ ਇੱਕ ਫਲ ਤੋੜ ਕੇ ਲੈ ਆਵਾਂਗੇ ਤੇ ਸਾਨੂੰ ਰੋਜ਼ ਰੋਜ਼ ਉਸ ਬਗੀਚੀ ਵਿੱਚ ਜਾਣਾ ਪਵੇਗਾ। ਜੇ ਅਸੀਂ ਉਸ ਬੂਟੇ ਨੂੰ ਚੁੱਕ ਲਿਆਈਏ, ਆਪਣੇ ਕੋਲ ਰੱਖ ਲਈਏ, ਤੇ ਫਿਰ ਜਾਣ ਦੀ ਲੋੜ ਨਹੀਂ, ਫਿਰ ਉਹ ਸਾਨੂੰ ਰੋਜ਼ਾਨਾ ਆਪ ਹੀ ਫਲ ਦੇਵੇਗਾ। ਇਸੇ ਤਰ੍ਹਾਂ ਜੇ ਅਸੀਂ ਮਾਇਆ ਨੂੰ ਇਕੱਠਾ ਕਰਨ ਲੱਗ ਪਈਏ ਤੇ ਰੋਜ਼ ਮਾਇਆ ਦੀ ਜ਼ਰੂਰਤ
ਲੋੜ ਅਨੁਸਾਰ ਜਦੋਂ ਲੋੜ ਵੱਧਦੀ ਹੈ ਫਿਰ ਪ੍ਰਮਾਤਮਾ ਅੱਗੇ ਜੋਦੜੀ ਕਰਦੇ ਹਾਂ, ਕਿਉਂ ਨਾ ਅਸੀਂ ਪ੍ਰਮਾਤਮਾ ਨੂੰ ਹੀ ਆਪਣਾ ਬਣਾ ਲਈਏ, ਤੇ ਪ੍ਰਮਾਤਮਾ ਨੂੰ ਆਪਣਾ ਬਣਾ ਲਿਆ ਤੇ ਫਿਰ ਸਭ ਕੁਝ ਜਿਹੜਾ ਹੈ ਉਹ ਪ੍ਰਮਾਤਮਾ ਸਾਡੀ ਝੋਲੀ ਵਿੱਚ ਪਾ ਦੇਵੇਗਾ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਕੱਲ ਨੂੰ ਅਗਲੇਰੀਆਂ ਪੌੜੀਆਂ ਦੀ ਵਿਚਾਰ ਕਰਾਂਗੇ। ਸਤਿਗੁਰੂ ਰਹਿਮਤ ਕਰੇ। ਬੇਅੰਤ ਹੋਈਆਂ ਭੁੱਲਾਂ ਦੀ ਖਿਮਾ। ਅੱਜ ਇਹ 9 ਪੌੜੀਆਂ ਜਿਹੜੀਆਂ ਸਨ, 8ਵੀਂ ਤੇ 9ਵੀਂ ਪੌੜੀ ਅਸੀਂ ਇਹਦੀ ਵਿਚਾਰ ਕੀਤੀ ਹੈ। ਕੱਲ ਨੂੰ ਅਸੀਂ 10ਵੀਂ ਤੇ 11ਵੀਂ ਕੋਸ਼ਿਸ਼ ਕਰਾਂਗੇ 2 ਪੌੜੀਆਂ ਤੇ ਉਹਨਾਂ ਦੇ ਨਾਲ ਲੱਗਦੇ ਸਲੋਕਾਂ ਦੀ ਵਿਚਾਰ ਕਰੀਏ। ਆਓ ਹੋਈਆਂ ਭੁੱਲਾਂ ਦੀ ਖਿਮਾ ਦਾਸ ਨੂੰ ਇੱਥੇ ਹੀ ਗੁਰਫਤਿਹ ਨਾਲ ਸਾਂਝ ਬਣਾ ਕੇ ਦਿਓ ਇਜਾਜ਼ਤ। ਸਾਰੀ ਸੰਗਤ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।